ਦਿੱਲੀ ਕਾਂਡ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਹੋਇਆ ਵੱਡਾ ਖੁਲਾਸਾ। ਘੜੀਸਣ ਦੀ ਵਜ੍ਹਾ ਦੇ ਨਾਲ ਹੀ ਹੋਈ ਸੀ ਅੰਜਲੀ ਦੀ ਮੌਤ। ਰੇਪ ਦੀ ਨਹੀਂ ਹੋਈ ਤਸਦੀਕ, ਭਾਰੀ ਸੁਰੱਖਿਆ ਹੇਠ ਹੋਇਆ ਅੰਤਿਮ ਸੰਸਕਾਰ। ਅੰਜਲੀ ਦੀ ਸਹੇਲੀ ਨੇ ਬਿਆਨ ਕੀਤੀ ਵਾਰਦਾਤ ਵਾਲੀ ਰਾਤ ਦੀ ਦਾਸਤਾਨ। ਨਿਊਜ਼ 18 ਦੇ ਉੱਤੇ ਬੋਲੀ, ਉਹ ਚੀਖਦੀ ਚਲਾਉਂਦੀ ਰਹੀ ਪਰ ਕਾਰ ਸਵਾਰ ਉਸ ਨੂੰ ਘੜੀਸਦੇ ਰਹੇ। ਨਸ਼ਾ ਤਸਕਰਾਂ ਤੇ ਸਖਤੀ ਦੇ ਮੂਡ ਦੇ ਵਿੱਚ ਮਾਨ ਸਰਕਾਰ। ਸਮਗਲਰਾਂ ਦੀ ਸੰਪत्ति ਹੋਵੇਗੀ ਅਟੈਚ। ਗੰਭੀਰ ਮਾਮਲਿਆਂ ਦੇ ਵਿੱਚ ਜਾਇਦਾਦ ਕੁਰਕ ਕਰਨ ਦੇ ਉੱਤੇ ਵੀ ਵਿਚਾਰ। ਕੱਲ ਐਸਵਾਈਐਲ ਤੇ ਦਿੱਲੀ 'ਚ ਪੰਜਾਬ ਹਰਿਆਣਾ ਦੀ ਵੱਡੀ ਮੀਟਿੰਗ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਨਾਲ ਹੋਵੇਗੀ ਬੈਠਕ। ਸੀਐਮ ਮਾਨ ਤੇ ਮਨੋਹਰ ਲਾਲ ਖੱਟਰ ਹੋਣਗੇ ਸ਼ਾਮਿਲ। ਰਾਜਪੁਰਾ ਦੇ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਪਾਸੇ ਤੋਂ ਹਟਿਆ ਧਰਨਾ। ਪ੍ਰਸ਼ਾਸਨ ਦੀ ਟਰੱਕ ਆਪਰੇਟਰਾਂ ਦੇ ਨਾਲ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਰਾਜਪੁਰਾ ਤੋਂ ਅੰਮ੍ਰਿਤਸਰ ਜਾਣ ਵਾਲਾ ਰਾਹ ਗਿਆ ਖੋਲਿਆ, ਪਰ ਹਰਿਆਣਾ ਜਾਣ ਵਾਲਿਆਂ ਦੀ ਪਰੇਸ਼ਾਨੀ ਕਾਇਮ। ਹੁਣ ਚੋਰਾਂ ਤੋਂ ਹਸਪਤਾਲਾਂ ਦੇ ਵਿੱਚ ਪਏ ਬੈੱਡ ਤੇ ਕੰਬਲ ਵੀ ਨਹੀਂ ਮਹਿਫੂਜ਼। ਬੈੱਡ ਗੀਜ਼ਰ ਤੇ ਹੀਟਰ ਨੂੰ ਜੜਿਆ ਤਾਲਾ। ਬਠਿੰਡਾ ਦੇ ਬੱਚਿਆਂ ਵਾਲੇ ਹਸਪਤਾਲ ਦੀਆਂ ਤਸਵੀਰਾਂ। ਫਿਲਹਾਲ ਪੰਜਾਬ ਦੇ ਵਿੱਚ ਸੰਘਣੀ ਧੁੰਦ ਤੋਂ ਰਾਹਤ ਨਹੀਂ। ਅਗਲੇ ਕੁਝ ਦਿਨਾਂ ਤੱਕ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ। ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅਸੀਂ ਉਸ ਘਟਨਾ ਦੇ ਨਾਲ ਕਰਨ ਜਾ ਰਹੇ ਹਾਂ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਹ ਘਟਨਾ ਵਾਪਰਦੀ ਹੈ ਦਿੱਲੀ ਦੇ ਵਿੱਚ ਨਵੇਂ ਸਾਲ ਦੇ ਮੌਕੇ ਉੱਤੇ। ਜੀ ਹਾਂ, ਹਿੱਟ ਐਂਡ ਰਨ ਕੇਸ ਦੇ ਵਿੱਚ ਹਾਦਸੇ ਦੀ ਸ਼ਿਕਾਰ ਅੰਜਲੀ ਦੇ ਨਾਲ ਰੇਪ ਨਾ ਹੋਣ ਦੀ ਤਸਦੀਕ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੋਈ। ਲੜਕੀ ਦੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਅੰਜਲੀ ਦੇ ਸਿਰ, ਰੀੜ੍ਹ ਅਤੇ ਹੇਠਲੇ ਹਿੱਸੇ ਦੇ ਵਿੱਚ ਗੰਭੀਰ ਸੱਟਾਂ ਲੱਗਣ ਦੀ ਵਜ੍ਹਾ ਨਾਲ ਮੌਤ ਦੀ ਗੱਲ ਸਾਹਮਣੇ ਆਈ। उस पोस्टमार्टम एग्जामिनेशन की प्रोविजनल रिपोर्ट हमें मिली है। प्रोविजनल रिपोर्ट के आधार पर जो डेथ है वो एंटीमॉर्टम इंजरीज की वजह से हुई है, जिसमें शॉक एंड हेमरेज उसका मेन कारण है। और जो ये डेथ है ये जो ड्रैगिंग है बॉडी की उसकी वजह से हुई है। उधर पुलिस ने इस मामले च अंजलि दी सहेली दे भी बयान दर्ज कर रहे हैं। अंजलि वो अपने आप में नहीं थी, बिल्कुल बहुत ड्रिंक कर रखी थी। मतलब उसने वो लेके गई आगे तक, हम ट्रक में भिड़ते बचे। वो एकदम वो लड़के आए आगे से, सामने की टक्कर थी। वो आए सामने से और हम भी सामने से आ रहे थे और वो सामने बिल्कुल अंदर फंस गई। कनेक्टर साइड बिल्कुल सीधे की साइड फंस गई। वो उन्होंने उसको नहीं निकाला। नहीं, वो लड़की तो जानते ही नहीं थे ना अंजलि को ना मुझे। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅੰਜਲੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦਾ ਵੀ ਐਲਾਨ ਕੀਤਾ ਹੈ। ਤਾਂ ਦਿੱਲੀ ਦੇ ਕੰਜਾਵਲਾ ਹਿੱਟ ਐਂਡ ਰਨ ਕੇਸ ਦੇ ਵਿੱਚ ਕੁਝ ਨਵੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਨੇ ਇਸ ਪੂਰੇ ਮਾਮਲੇ ਨੂੰ ਇੱਕ ਨਵਾਂ ਮੋੜ ਜ਼ਰੂਰ ਦੇ ਕੇ ਰੱਖ ਦਿੱਤਾ। ਇਹ ਸੀਸੀਟੀਵੀ ਰੋਹਿਣੀ ਇਲਾਕੇ ਦੇ ਇੱਕ ਹੋਟਲ ਦੇ ਸਾਹਮਣੇ ਦੀ ਹੈ, ਜਿਸ ਦੇ ਵਿੱਚ ਮ੍ਰਿਤਕਾ ਆਪਣੀ ਸਹੇਲੀ ਦੇ ਨਾਲ ਝਗੜਾ ਕਰਦੇ ਹੋਏ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਕੁਝ ਹੋਰ ਲੋਕ ਦੋਵਾਂ ਦੇ ਨਾਲ ਨਜ਼ਰ ਆਉਂਦੇ ਨੇ। ਇਸ ਤੋਂ ਬਾਅਦ ਦੋਵੇਂ ਇੱਕ ਸਕੂਟੀ ਦੇ ਉੱਤੇ ਬੈਠ ਕੇ ਨਿਕਲ ਜਾਂਦੀਆਂ ਨੇ। ਇਸ ਵਿਚਾਲੇ ਉਸ ਹੋਟਲ ਦੇ ਮੁਲਾਜ਼ਮ ਨੇ ਦੱਸਿਆ ਕਿ ਪੀੜਤਾ ਦੇ ਨਾਲ ਉਸ ਦੀ ਸਹੇਲੀ ਆਈ ਸੀ। ਦੋਵਾਂ ਨੇ ਡਾਕੂਮੈਂਟ ਦੇ ਕੇ ਇੱਕ ਰੂਮ ਬੁੱਕ ਕਰਵਾਇਆ ਸੀ। ਕੁਝ ਲੜਕੇ ਵੀ ਆਏ ਸਨ। आपस में गाली गलौज कर रही थी एक दूसरे को, जो लड़कों ने मुझे बताया। अच्छा, तो लड़कों ने बताया था गाली गलौज कर रही थी। कस्टमर कंप्लेन कर रहे थे तो उनको कमरा खाली करने के लिए बोल दिया था कि आप गाली गलौज मत करो। तो कितने रूम उन लोगों ने बुक करवाए थे? लड़की ने तो एक ही करवाया था, बाद में जो उनके मेल फ्रेंड आए थे उन्होंने एक और लिया था। ਹੋਟਲ ਮੁਲਾਜ਼ਮ ਨੇ ਦੱਸਿਆ ਕਿ ਰੂਮ ਤੋਂ ਲੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੀ ਤੇ ਮੈਨੇਜਰ ਨੇ ਸਾਰਿਆਂ ਨੂੰ ਝਗੜਾ ਨਾ ਕਰਨ ਦੇ ਲਈ ਵੀ ਕਿਹਾ। ਇਸ ਤੋਂ ਬਾਅਦ ਦੋਵੇਂ ਕੁੜੀਆਂ ਲੜਦੇ ਹੋਏ ਨਿਕਲ ਗਈਆਂ। ਉਹ ਹੋਟਲ ਦੇ ਬਾਹਰ ਵੀ ਕਾਫੀ ਦੇਰ ਤੱਕ ਲੜਦੀਆਂ ਰਹੀਆਂ, ਜੋ ਕਿ ਸੀਸੀਟੀਵੀ ਦੇ ਵਿੱਚ ਵੀ ਰਿਕਾਰਡ ਹੋਇਆ ਹੈ। ਖੈਰ, ਪੂਰਾ ਮਾਮਲਾ ਇਸ ਸਮੇਂ ਜ਼ਰੂਰ ਜਾਂਚ ਦਾ ਵਿਸ਼ਾ ਹੈਗਾ, ਪਰ ਪੋਸਟਮਾਰਟਮ ਦੀ ਰਿਪੋਰਟ ਨੇ ਇਹ ਜ਼ਰੂਰ ਤਸਦੀਕ ਕੀਤੀ ਹੈ ਕਿ ਲੜਕੀ ਦੇ ਨਾਲ ਰੇਪ ਨਹੀਂ ਹੋਇਆ ਸੀ। ਖੈਰ, ਲੜਾਈ ਕਿਉਂ ਹੋਈ, ਝਗੜਾ ਕਿਉਂ ਹੋਇਆ, ਹੋਟਲ ਦੇ ਵਿੱਚ ਕਿਉਂ ਝਗੜਾ ਹੋਇਆ, ਬਾਹਰ ਆ ਕੇ ਆਪਣੀ ਸਹੇਲੀ ਦੇ ਨਾਲ ਝਗੜਾ ਕਿਉਂ ਹੋਇਆ, ਉਹ ਪੂਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ। ਖੈਰ, ਜਦੋਂ ਇਸ ਤਰੀਕੇ ਨਾਲ ਹੱਥੋਂ ਪਾਈ ਤੱਕ ਹੋ ਜਾਵੇ ਤੇ ਉਸ ਤੋਂ ਬਾਅਦ ਅਜਿਹੀ ਘਟਨਾ ਵਾਪਰੇ ਕਿ ਲੜਕੀ ਦੀ ਦਰਦਨਾਕ ਮੌਤ ਹੋ ਜਾਵੇ, ਦੋਵੇਂ ਚੀਜ਼ਾਂ ਇੱਕੋ ਰਾਤ ਹੋਈਆਂ, ਤਾਂ ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਹਾਂ ਤੇ ਗੱਲ ਹੁਣ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਪੋਸਟਮਾਰਟਮ ਦੇ ਨਾਲ ਜੁੜਿਆ ਹੋਇਆ ਹੈ।
ਪੋਸਟਮਾਰਟਮ ਰਿਪੋਰਟ ਦੇ ਵਿੱਚ ਅਹਿਮ ਖੁਲਾਸਾ ਹੋਇਆ ਹੈ ਦਿੱਲੀ ਦੇ ਕਾਂਡ ਦੇ ਵਿੱਚ, ਦਿੱਲੀ ਦੀ ਜੋ ਘਟਨਾ ਵਾਪਰੀ ਉਸ ਦੇ ਵਿੱਚ। ਇਸ ਕਰਕੇ ਅਸੀਂ ਸਵਾਲ ਅੱਜ ਪੋਸਟਮਾਰਟਮ ਰਿਪੋਰਟ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ। ਸਵਾਲ ਕਿ ਭਾਰਤ ਦੇ ਵਿੱਚ 24/7 ਪੋਸਟਮਾਰਟਮ ਦੀ ਵਿਵਸਥਾ ਕਦੋਂ ਸ਼ੁਰੂ ਹੋਈ ਸੀ? ਚਾਰ ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਜੁਲਾਈ 2017, B ਅਕਤੂਬਰ 2019, C ਨਵੰਬਰ 2021 ਅਤੇ D ਅਪ੍ਰੈਲ 2022 ਦੇ ਵਿੱਚ। ਕਿ 24/7 ਯਾਨੀ ਕਿ ਕਿਸੇ ਵੀ ਵੇਲੇ ਪੋਸਟਮਾਰਟਮ ਕਰਵਾਇਆ ਜਾ ਸਕਦਾ ਹੈ ਜਾਂ ਕੀਤਾ ਜਾਂਦਾ ਹੈ। ਇਹ ਵਿਵਸਥਾ ਕਦੋਂ ਤੋਂ ਸ਼ੁਰੂ ਹੋਈ? ਪਹਿਲਾਂ ਇੱਕ ਤੈਅ ਸਮਾਂ ਹੁੰਦਾ ਸੀ ਕਿ ਉਸ ਸਮੇਂ ਦੇ ਵਿੱਚ ਹੀ ਪੋਸਟਮਾਰਟਮ ਕਰਵਾਇਆ ਜਾਂਦਾ ਸੀ, ਰਿਪੋਰਟ ਤਿਆਰ ਹੁੰਦੀ ਸੀ, ਪਰ ਫਿਰ ਉਸ ਤੋਂ ਬਾਅਦ ਨੀਤੀ ਬਦਲੀ ਗਈ। ਤਾਂ ਕਦੋਂ ਨੀਤੀ ਬਦਲੀ ਗਈ ਹੈ? 24/7 ਪੋਸਟਮਾਰਟਮ ਦੀ ਵਿਵਸਥਾ ਕਦੋਂ ਸ਼ੁਰੂ ਕਰ ਦਿੱਤੀ ਗਈ? ਇਹੀ ਅੱਜ ਦਾ ਸਵਾਲ ਹੈ। ਜਵਾਬ ਤੁਹਾਨੂੰ ਅਸੀਂ ਪ੍ਰੋਗਰਾਮ ਦੇ ਦੌਰਾਨ ਪੂਰੀ ਜਾਣਕਾਰੀ ਦੇ ਨਾਲ ਦਵਾਂਗੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਦੇ ਲਈ ਵੱਡੇ ਅਧਿਕਾਰੀਆਂ ਦੇ ਨਾਲ ਹਾਈ ਲੈਵਲ ਬੈਠਕ ਕੀਤੀ। ਇਸ ਦੌਰਾਨ ਉਹਨਾਂ ਨੇ ਨਸ਼ੇ ਦੇ ਨਾਲ ਜੁੜੇ ਕਾਨੂੰਨਾਂ ਦੇ ਵਿੱਚ ਸੋਧ ਦੇ ਉੱਤੇ ਵਿਚਾਰ ਕੀਤਾ। ਗੰਭੀਰ ਮਾਮਲਿਆਂ ਦੇ ਵਿੱਚ ਸੰਪત્ਤੀ ਨੂੰ ਅਟੈਚ ਕਰਨ ਅਤੇ ਕੁਰਕ ਕਰਨ ਦੇ ਉੱਤੇ ਵੀ ਚਰਚਾ ਹੋਈ। ਨਵੇਂ ਆਦੇਸ਼ ਜਾਰੀ ਹੋਏ ਨੇ ਕਿ ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀ ਅਟੈਚ ਹੋਵੇਗੀ। ਗੰਭੀਰ ਮਾਮਲਿਆਂ 'ਚ ਪ੍ਰਾਪਰਟੀ ਅਟੈਚ ਕਰਨ ਦੇ ਉੱਤੇ ਵਿਚਾਰ ਹੋਵੇਗਾ। ਨਸ਼ੇ ਦੇ ਨਾਲ ਜੁੜੇ ਕਾਨੂੰਨ ਦੇ ਵਿੱਚ ਸੋਧ ਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ। ਨਸ਼ਾ ਮੁਕਤ ਪਿੰਡ ਦੇ ਲਈ ਪੰਚਾਇਤਾਂ ਮਤੇ ਪਾਸ ਕਰਨ। ਨਸ਼ਾ ਮੁਕਤ ਪਿੰਡਾਂ ਨੂੰ ਗ੍ਰਾਂਟ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਤੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਸੰਬੰਧਿਤ SHO ਜ਼ਿੰਮੇਵਾਰ ਹੋਵੇਗਾ। ਨਸ਼ਾ ਮੁਕਤ ਪਿੰਡਾਂ ਦੀ ਪੰਚਾਇਤਾਂ ਨੂੰ ਸਰਕਾਰ ਦੇ ਵੱਲੋਂ ਗ੍ਰਾਂਟ ਦਿੱਤੀ ਜਾਵੇਗੀ। ਪੰਚਾਇਤ ਜੇਕਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਦੀ ਹੈ ਤਾਂ ਉਸ ਨੂੰ ਚੰਡੀਗੜ੍ਹ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ। ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਆ। ਮੈਂ ਸਮਝਦਾ ਜਿਹੜਾ ਪਿਛਲੇ 5 ਸਾਲਾਂ 'ਚ 10 ਸਾਲਾਂ 'ਚ ਹੋਣਾ ਚਾਹੀਦਾ ਸੀਗਾ ਉਹ ਲਗਭਗ 8 ਮਹੀਨਿਆਂ ਦੇ ਵਿੱਚ ਮਾਨ ਸਰਕਾਰ ਨੇ ਕੀਤਾਗਾ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਕੀਤਾਗਾ, ਸਾਡੀ ਸਰਕਾਰ ਨੇ ਕੀਤਾਗਾ। ਜ਼ਿਕਰ ਖਾਸ ਹੈ ਕਿ ਕੁਝ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਪਿੰਡ ਦੀ ਪੰਚਾਇਤ ਨੇ ਮਤਾ ਪਾਰਿਤ ਕੀਤਾ ਸੀ ਕਿ ਜੋ ਵੀ ਪਿੰਡ ਦੇ ਵਿੱਚ ਨਸ਼ਾ ਵੇਚੇਗਾ ਉਸ ਨੂੰ 5000 ਰੁਪਏ ਜੁਰਮਾਨਾ ਹੋਵੇਗਾ। ਤਾਂ ਸਖਤੀ ਦੇ ਮੂਡ ਦੇ ਵਿੱਚ ਇਸ ਸਮੇਂ ਸਰਕਾਰ ਹੈ, ਖਾਸ ਤੌਰ ਤੇ ਡਰੱਗ ਪੈਡਲਰਸ ਦੇ ਖਿਲਾਫ, ਨਸ਼ਾ ਤਸਕਰਾਂ ਦੇ ਖਿਲਾਫ। ਯਾਨੀ ਜੇਕਰ ਹੁਣ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਕੋਈ ਫੜਿਆ ਜਾਂਦਾ ਹੈ ਤਾਂ ਜਿਹੜੀ ਕਾਲੀ ਕਮਾਈ ਸੀ ਨਸ਼ੇ ਦੀ ਵਜ੍ਹਾ ਨਾਲ ਉਸਨੇ ਕੀਤੀ ਉਹ ਵੀ ਅਟੈਚ ਹੋਵੇਗੀ। ਖੈਰ ਜਦੋਂ ਨਸ਼ੇ ਦੇ ਖਿਲਾਫ ਸਖਤ ਐਕਸ਼ਨ ਦੇ ਲਈ ਪੂਰੀ ਰਣਨੀਤੀ ਉਲੀਕੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਇੱਕ ਪਾਸੇ ਭਾਰਤੀ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਚਿਹਰੇ ਨੂੰ ਸਾਰੀ ਦੁਨੀਆ ਦੇ ਸਾਹਮਣੇ ਬੇਨਕਾਬ ਇੱਕ ਵਾਰ ਤੋਂ ਫਿਰ ਤੋਂ ਕੀਤਾ ਤਾਂ ਦੂਜੇ ਪਾਸੇ ਪਾਕਿਸਤਾਨ ਨੇ ਮੁੜ ਤੋਂ ਸ਼ਰਮਨਾਕ ਹਰਕਤ ਕੀਤੀ। ਵਿਦੇਸ਼ ਮੰਤਰੀ S ਜੈਸ਼ੰਕਰ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਪਾਕਿਸਤਾਨ ਨੂੰ ਅੱਤਵਾਦ ਦਾ ਗੜ੍ਹ ਕਹਿਣ ਨੂੰ ਸਹੀ ਦੱਸਿਆ। ਵਿਦੇਸ਼ ਮੰਤਰੀ ਨੇ ਪਾਕਿਸਤਾਨ ਤੇ ਭਾਰਤ ਦੀ ਸੰਸਦ ਦੇ ਉੱਤੇ ਹਮਲਾ ਕਰਨ ਦੀ ਵੀ ਗੱਲ ਕਹੀ ਤੇ ਕਿਹਾ ਕਿ ਪਾਕਿਸਤਾਨ ਨੇ ਹੀ ਮੁੰਬਈ ਦੇ ਵਿੱਚ ਅੱਤਵਾਦੀ ਹਮਲਾ 2008 ਵਿੱਚ ਕਰਵਾਇਆ ਸੀ। This is a country which has attacked the Parliament of India some years ago, which attacked the city of Mumbai, which went after hotels and foreign tourists, which every day sends terrorists across the border. But of so course sometimes not, when we of talk, course not as a country. well, if you control your sovereign space. ਇਸ ਵਿਚਾਲੇ ਪਾਕਿਸਤਾਨ ਨੇ ਮੁੜ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇੱਕ ਘੁਸਪੈਠੀਏ ਨੂੰ ਹਥਿਆਰਾਂ ਸਣੇ ਭਾਰਤ ਦੇ ਵਿੱਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਜਵਾਨਾਂ ਨੇ ਰਮਦਾਸ ਏਰੀਆ 'ਚ ਚੈੱਕ ਪੋਸਟ ਚੰਨਾ ਨੇੜੇ ਢੇਰ ਕਰ ਦਿੱਤਾ। ਕਾਰਵਾਈ ਤੋਂ ਬਾਅਦ ਜਵਾਨਾਂ ਨੇ ਨੇੜਲੇ ਇਲਾਕੇ 'ਚ ਸਰਚ ਆਪਰੇਸ਼ਨ ਵੀ ਚਲਾਇਆ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਦੇ ਵੱਲੋਂ ਸਰੈਂਡਰ ਦੇ ਇੱਕ ਦਿਨ ਬਾਅਦ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਲਜ਼ਾਮ ਵਿਜੀਲੈਂਸ ਦੇ ਉੱਤੇ ਲਗਾ ਦਿੱਤੇ। ਇੱਕ ਦਿਨ ਪਹਿਲਾਂ ਹੀ ਟੈਂਡਰ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਆਸ਼ੂ ਦੇ PA ਇੰਦਰਜੀਤ ਇੰਦੀ ਨੇ ਸਰੈਂਡਰ ਕੀਤਾ ਤੇ ਅਗਲੇ ਹੀ ਦਿਨ ਕਾਂਗਰਸ ਦੇ ਲੁਧਿਆਣਾ ਤੋਂ ਹੀ MP ਰਵਨੀਤ ਬਿੱਟੂ ਇੰਦੀ ਦੇ ਪੱਖ ਦੇ ਵਿੱਚ ਉਤਰ ਆਏ। ਬਿੱਟੂ ਨੇ ਇਲਜ਼ਾਮ ਲਗਾਇਆ ਕਿ ਇੰਦੀ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਕਰੰਟ ਤੱਕ ਲਗਾਇਆ ਜਾ ਰਿਹਾ ਹੈ। ਜਿਹੜਾ ਇੰਦੀ ਨੇ ਇੰਦਰਜੀਤ ਸਿੰਘ ਇੰਦੀ ਸਾਡਾ ਵਰਕਰ ਇੱਕ ਗਰੀਬ ਆਦਮੀ ਉਹਦੇ ਨਾਲ ਇੰਟਰੋਗੇਸ਼ਨ ਹੋ ਰਹੀ, ਟੌਰਚਰ ਹੋ ਰਿਹਾ, ਉਹ ਟੌਰਚਰ ਕੀਤਾ ਜਾ ਰਿਹਾ। ਉਦੋਂ ਬਾਅਦ SSP ਤੇ DSP ਬੈਟਰੀਆਂ ਬੜੇ ਬੈਟਰੀਆਂ ਲੈ ਕੇ ਕਰੰਟ ਲਾਉਣ ਲਈ ਜਿਹੜਾ 3rd ਡਿਗਰੀ ਤੇ ਕੀਤਾ ਹੀ ਕਿਹਾ। ਰਵਨੀਤ ਬਿੱਟੂ ਨੇ ਚੇਤਾਵਨੀ ਦਿੱਤੀ ਹੈ ਕਿ ਸਹੀ ਢੰਗ ਦੇ ਨਾਲ ਜਾਂਚ ਕੀਤੀ ਜਾਵੇ ਨਹੀਂ ਤਾਂ ਭਾਰਤ ਜੋੜੋ ਯਾਤਰਾ ਦਾ ਮੂੰਹ ਵਿਜੀਲੈਂਸ ਦੇ ਦਫ਼ਤਰ ਦੇ ਵੱਲ ਮੋੜ ਦੇਵਾਂਗੇ। ਸਾਰੇ ਜਿਹੜੇ ਹਿਊਮਨ ਰਾਈਟਸ ਨੇ ਉਹਦੀ ਉਲੰਘਣਾ ਹੈ। ਪਹਿਲਾਂ ਤਾਂ ਕੋਰਟ ਨੂੰ ਮੈਂ ਵਕੀਲਾਂ ਨੂੰ ਵੀ ਅੱਜ ਕਹੀ ਆ ਵੀ ਇਹ ਕਹੋ ਪਹਿਲਾਂ ਤਾਂ ਉਰੇ ਹਾਈ ਕੋਰਟ ਦੀ ਜਾਂ ਕਿਸੇ ਦੀ ਰੇਡ ਹੋਵੇ।
ਉਧਰ ਬਿੱਟੂ ਦੀ ਚੇਤਾਵਨੀ ਤੇ ਵਿਜੀਲੈਂਸ ਦਾ ਬਿਆਨ ਵੀ ਸਾਹਮਣੇ ਆਇਆ ਅਤੇ ਬਿੱਟੂ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਗਿਆ। ਕੱਲ੍ਹ ਉਹਨੇ ਸਰੈਂਡਰ ਕਰਤਾ ਹੈਗਾ, ਉਹ ਅਰੈਸਟ ਪਾ ਲਈ ਹੈਗੀ। ਉਹਦੇ 'ਚ ਹੁਣ ਟੋਟਲ 8 ਦੋਸ਼ੀ ਗ੍ਰਿਫਤਾਰ ਨੇ ਔਰ ਤਿੰਨਾਂ ਦੇ ਖਿਲਾਫ ਚਲਾਨ ਦੇ ਦਿੱਤਾ। ਬਾਕੀ ਇਹ ਟੋਟਲ 17 ਦੋਸ਼ੀ ਸੀਗੇ ਜਿਨ੍ਹਾਂ 'ਚੋਂ ਬਾਕੀ ਰਹਿੰਦੇ ਆ। ਟਰਾਂਸਪੋਰਟ ਟੈਂਡਰ ਘੁਟਾਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਪਹਿਲਾਂ ਹੀ ਨਿਆਇਕ ਹਿਰਾਸਤ ਦੇ ਵਿੱਚ ਨੇ ਕਿ ਸੋਮਵਾਰ ਨੂੰ ਹੀ ਇੰਦਰਜੀਤ ਇੰਦੀ ਨੇ ਵਿਜੀਲੈਂਸ ਦੇ ਅੱਗੇ ਸਰੈਂਡਰ ਕੀਤਾ ਸੀ, ਜਿਸ ਦੀ ਕਾਫੀ ਸਮੇਂ ਤੋਂ ਵਿਜੀਲੈਂਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਤਾਂ ਇੱਕ ਅਤੇ ਟੈਂਡਰ ਘੁਟਾਲੇ ਦੀ ਜਾਂਚ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਇੰਦੀ ਦੇ ਸਰੈਂਡਰ ਤੋਂ ਬਾਅਦ ਰਵਨੀਤ ਬਿੱਟੂ ਵਿਜੀਲੈਂਸ ਨੂੰ ਘੇਰ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਅਤੇ ਜੂਨੀਅਰ ਮਹਿਲਾ ਕੋਚ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੇ ਸ਼ੁਰੂ ਕਰ ਦਿੱਤੀ। ਮਹਿਲਾ ਕੋਚ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਦੇ ਥਾਣੇ ਦੇ ਵਿੱਚ ਸੱਦਿਆ, ਜਿੱਥੇ ਮਹਿਲਾ ਕੋਚ ਤੋਂ ਤਕਰੀਬਨ 8 ਘੰਟੇ ਤੱਕ ਪੁੱਛਗਿੱਛ ਹੋਈ ਤੇ ਪੁੱਛ ਪੜਤਾਲ ਤੋਂ ਬਾਅਦ ਥਾਣੇ ਤੋਂ ਬਾਹਰ ਆਈ ਮਹਿਲਾ ਕੋਚ ਨੇ ਇਲਜ਼ਾਮ ਲਗਾਇਆ ਕਿ ਹਰਿਆਣਾ ਪੁਲਿਸ ਉਸ ਦੇ ਉੱਤੇ ਦਬਾਅ ਬਣਾ ਰਹੀ ਹੈ ਤੇ ਉਸ ਨੂੰ 1 ਕਰੋੜ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ ਅਤੇ ਵਿਦੇਸ਼ ਜਾਣ ਦੇ ਲਈ ਵੀ ਕਿਹਾ ਜਾ ਰਿਹਾ ਹੈ। कंप्लेंट के बिहाफ पे ये जो है SIT गठित हुई है और इनको मैंने पूरा प्रॉपर डिटेल्स में हर एक चीज़ इनको मैंने जो है बता दी है और ये मतलब जो भी कुछ पेंडिंग मुद्दे थे वो सब मैंने यहाँ इसमें प्रॉपर डाल दिया है। जो SIT की अभी इंक्वायरी हुई है इसमें। महिला कोच ने साफ कर दिता है कि हरियाणा सरकार दे ਵੱਲੋਂ ਬਣਾਈ ਗਈ किसी जांच कमेटी ਨੂੰ सहयोग नहीं करेगी क्योंकि ਉਹਨਾਂ ਦੇ ਨਾਲ ਅਪਰਾਧ ਚੰਡੀਗੜ੍ਹ ਦੇ ਵਿੱਚ ਹੋਇਆ ਹੈ, ਇਸ ਲਈ ਉਹ ਚੰਡੀਗੜ੍ਹ ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਨੇ। ਤਾਂ ਲਗਾਤਾਰ ਪੁੱਛ ਪੜਤਾਲ ਹੋ ਰਹੀ ਹੈ ਇਸ ਪੂਰੇ ਮਾਮਲੇ ਚੰਡੀਗੜ੍ਹ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਅਤੇ ਜੂਨੀਅਰ ਮਹਿਲਾ ਕੋਚ ਦੇ ਵਿਵਾਦ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਪੂਰੇ ਮਾਮਲੇ ਤੇ ਚੁੱਪੀ ਤੋੜੀ। ਪੂਰੇ ਵਿਵਾਦ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਹਿਲਾ ਕੋਚ ਨੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਦੀ ਜਾਂਚ ਹੋਵੇਗੀ। ਇਲਜ਼ਾਮ लगाने ਦੇ ਨਾਲ ਕੋਈ ਦੋਸ਼ੀ ਸਾਬਤ नहीं ਹੁੰਦਾ। जहाँ तक आपने हमारे खेल मंत्री की बात कही है, ठीक है, महिला खिलाड़ी ने उनके ऊपर अनर्गल एक आरोप लगाया है, लेकिन आरोप लगाने से कोई व्यक्ति दोषी नहीं हो जाता है। उसकी आगे पुलिस छानबीन करती है, उसकी चंडीगढ़ पुलिस भी छानबीन कर रही है, हरियाणा पुलिस भी उसकी रिपोर्ट इकट्ठी कर रही है। जैसे रिपोर्ट आएगी उस हिसाब से आगे करेंगे, लेकिन उनसे हमने खेल विभाग के लिए जो उन्होंने एक प्रकार से अपने आप को दूर कर लिया है। जैसे उसकी इंक्वायरी की कोई रिपोर्ट आएगी उसके बाद आगे के सर है। ਮਨੋਹਰ ਲਾਲ ਨੇ ਨਾ ਜ਼ਰੂਰ ਕਿਹਾ ਕਿ ਮੰਤਰੀ ਨੂੰ ਖੇਡ ਵਿਭਾਗ ਤੋਂ ਹਟਾ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਿਆਣਾ ਪੁਲਿਸ ਦੀ ਟੀਮ ਵੀ ਤੱਥਾਂ ਨੂੰ ਪਤਾ ਲਗਾਉਣ 'ਚ ਲੱਗੀ ਹੈ। ਉਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋਵੇਗੀ। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੰਤਰੀ ਸੰਦੀਪ ਸਿੰਘ ਇਲਜ਼ਾਮਾਂ ਦੇ ਘੇਰੇ ਵਿੱਚ ਨੇ। ਕਾਬਲੇ ਗੌਰ ਹੈ ਕਿ ਇਹਨਾਂ ਇਲਜ਼ਾਮਾਂ ਤੋਂ ਬਾਅਦ ਉਹਨਾਂ ਦੀ ਖੇਡ ਮੰਤਰੀ ਵਾਲੀ ਕੁਰਸੀ ਜਾ ਚੁੱਕੀ ਹੈ। ਅੱਗੇ ਵਧਦੇ ਹਾਂ, ਗੱਲ ਹਰਿਆਣਾ ਦੀ ਕਰਾਂਗੇ। ਹਰਿਆਣਾ ਕਾਂਗਰਸ ਦੇ ਨਾਲ ਜੁੜੀ ਖਬਰ ਹੈ। ਨਵੀਂ ਬਗਾਵਤ ਨਜ਼ਰ ਆ ਰਹੀ ਹੈ। तो शाम तो कांग्रेस के विधायक किरण चौधरी ने बागी तेवर दिखाए। किरण चौधरी ने कहा कि पार्टी दे विच एक पासड़ फैसले नहीं होण दवांगी, नाल लेके नहीं चलणगे तां खामियाजा भुगतना पै सकदा है। किरण चौधरी का मतलब उसका कार्यकर्ता, मेरा कुछ नहीं है, कार्यकर्ता पूरे हरियाणा के अंदर फैला हुआ है। इतना दम रखते हैं हम कि हर एक जिले के अंदर जो है हम दम रखते हैं। इसलिए तो अगर मजबूत रखोगे तो बाहर का कोई आपको जो है सेंध नहीं लगा। किरण चौधरी ने कहा कि फरवरी तो हरियाणा का दौरा करांगी, कोई इस गलत फहमी दे विच ना रहे कि वो सिर्फ भिवानी तक ही सीमित है। 6 तारीख का जो प्रोग्राम है उसका जो है पूरा का पूरा जो है ड्यूटीज लगाई जाएंगे। कोई साधन वादन नहीं दी जा रहे भाई, न्यू ना सोचियो साधन मिलेंगे या कुछ होंगे। जिसको आना है वो आए आराम से, मैं सबका वो लगा दूंगी। आप आओ, क्योंकि इसके अंदर शामिल हो, बहुत सारे हमारे लोग शामिल होए, राहुल जी से मिल भी पाए। किरण चौधरी ने राहुल दी भारत जोड़ो यात्रा ਨੂੰ ਲੈ ਕੇ ਵੀ ਇੱਕ ਵੱਖਰਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਜਿਸ ਨੂੰ ਆਣਾ ਹੈ ਉਹ ਆਵੇ, ਕੋਈ ਗੱਡੀ ਨਹੀਂ ਦਵਾਂਗੀ। ਤਾਂ ਕਾਰ ਤਾਂ ਨਹੀਂ ਮਿਲੇਗੀ, ਤੁਸੀਂ ਆਪਣੀ ਕਾਰ ਦੇ ਉੱਤੇ ਆ ਸਕਦੇ ਹੋ, ਕਿਰਨ ਚੌਧਰੀ ਕਹਿੰਦੇ ਹੋਏ ਨਜ਼ਰ ਆਏ। ਖੈਰ ਬਗਾਵਤੀ ਸੁਰ ਜ਼ਰੂਰ ਦਿਖ ਰਹੇ ਨੇ, ਪਰ ਜਦੋਂ ਗੱਲ ਹੋ ਰਹੀ ਹੋਵੇ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੀ ਤੇ ਫਿਰ ਕਾਂਗਰਸ ਦੇ ਅੰਦਰ ਹਰਿਆਣਾ 'ਚ ਵਖਰੇਵੇਂ ਨਜ਼ਰ ਆਉਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ 1984 ਦੇ ਸਿੱਖ ਵਿਰੋਧੀ ਦੰਗੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ
ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਸੱਜਣ ਕੁਮਾਰ ਨੇ ਹਾਈ ਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਸੀਬੀਆਈ ਤੋਂ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੈ। ਸੱਜਣ ਕੁਮਾਰ ਨੇ ਕੋਰਟ ਦੇ ਵਿੱਚ ਮੈਡੀਕਲ ਆਧਾਰ ਦੇ ਉੱਤੇ ਜ਼ਮਾਨਤ ਦੀ अर्जी लगाई सी। सुनवाई करते हुए सुप्रीम कोर्ट ने इस पूरे मामले को लेकर सीबीआई को नोटिस जारी किया है। 4 हफ्ते में सीबीआई से जवाब सुप्रीम कोर्ट ने तलब किया है और सीबीआई से यह पूछा है कि आखिर उनकी सजा को निलंबन करने के लिए क्या कुछ कदम उठाया जा सकता है या फिर नहीं। अब 4 हफ्ते के बाद सीबीआई इस पूरे मामले में अपना जवाब दाखिल करेगी। ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦਿੱਲੀ ਦੇ ਰਾਜਨਗਰ ਦੇ ਵਿੱਚ ਇੱਕ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ਦੇ ਇਲਜ਼ਾਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਉਹ ਉਮਰ ਕੈਦ ਦੀ ਸਜ਼ਾ ਦੇ ਚੱਲਦੇ ਜੇਲ੍ਹ ਦੇ ਵਿੱਚ ਬੰਦ ਹੈ। ਤਾਂ ਕੀ ਹੁਣ ਅਦਾਲਤ ਤੋਂ ਰਾਹਤ ਮਿਲੇਗੀ ਜ਼ਮਾਨਤ ਵਾਲੀ ਸੱਜਣ ਕੁਮਾਰ ਨੂੰ ਜਾਂ ਨਹੀਂ? ਸੀਬੀਆਈ ਦੇ ਜਵਾਬ ਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੋਏਗਾ। ਸੀਬੀਆਈ ਨੂੰ ਜਵਾਬ ਦੇਣਾ ਹੋਵੇਗਾ ਸੁਪਰੀਮ ਕੋਰਟ ਦੇ ਵਿੱਚ। ਅਗਲੀ ਖਬਰ ਪੰਚਕੂਲਾ ਤੋਂ ਹੈ। ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਦੇ ਵਿੱਚ ਦੁਕਾਨਾਂ ਹਟਾਏ ਜਾਣ ਨੂੰ ਲੈ ਕੇ ਖੂਬ ਵਿਵਾਦ ਹੋਇਆ ਤੇ ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਵੀਂ ਬਣੀ ਗੁਰਦੁਆਰਾ ਕਮੇਟੀ ਜ਼ਬਰਦਸਤੀ ਉਹਨਾਂ ਦੀਆਂ ਦੁਕਾਨਾਂ ਹਟਾਉਣਾ ਚਾਹੁੰਦੀ ਹੈ। ਤੇ ਦੁਕਾਨਦਾਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਨਾਲ ਭਿੜ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਜੰਮ ਕੇ ਬਹਿਸਬਾਜ਼ੀ ਹੋਈ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਵੀਂ ਬਣੀ ਗੁਰਦੁਆਰਾ ਕਮੇਟੀ ਜ਼ਬਰਦਸਤੀ ਉਹਨਾਂ ਦੀ ਦੁਕਾਨਾਂ ਹਟਾਉਣਾ ਚਾਹੁੰਦੀ ਹੈ, ਜਦਕਿ ਉਹ ਕਈ ਵਰਿਆਂ ਤੋਂ गुरुद्वारा साहब के बाहर अपना कारोबार चला रहे हैं। कमेटी अभी बनी हुई है, इनको कोई राइट नहीं बना और जिनको कोई राइट ही नहीं है वो लोग आके यहाँ पे आके मैम लोगों को परेशान कर रहे, गुंडागर्दी कर रहे। अभी जब इनको राइट मिल जाएंगे तो लोगों को काट देंगे तो हफ्ता वसूली करने लग जाएंगे यहाँ पे आके। तो मेरी रिक्वेस्ट है जी इनके खिलाफ कोई कार्रवाई हो और ऐसे लोगों से सचेत रहे सरकार भी, जिससे सरकार की बदनामी ना हो। उधर विवाद बढ़ता देख पुलिस मौके पर पहुंची और मामले को शांत करवाया गया। हालांकि इस मामले च हरियाणा कमेटी का पक्ष सामने फिलहाल नहीं आया। उधर दुकानदारां ते हरियाणा गुरुद्वारा कमेटी का विवाद होया ते इस विवाद दे विचाले हुण हरियाणा गुरुद्वारा कमेटी के साबका प्रधान जगदीश झिंडा की भी एंट्री हो गई, वो भी उत्थे पहुंच गए। ਤੇ ਜਗਦੀਸ਼ ਝਿੰਡਾ ਨੇ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ ਗੁਰਦੁਆਰਾ ਕਮੇਟੀ ਮੈਂਬਰਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ। ਝਿੰਡਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਮੇਟੀ ਮੈਂਬਰਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਵੇ। ਮੇਰੀ ਪ੍ਰਸ਼ਾਸਨ ਕੋਲ ਮੰਗੇ, ਡੀਜੀਪੀ ਸਾਹਿਬ ਕੋਲ ਮੰਗੇ, ਮੇਰੀ ਅਸੀਂ ਉਹਨਾਂ ਕੋਲ ਮੰਗ ਕਰਨੇ ਆ। ਉਹਨਾਂ ਤੇ ਦਫਾ 394 395 ਡਕੈਤੀ ਰੋਬਰੀ ਦੇ ਕੇਸ ਬਣਾਏ ਤੇ ਜਿਹੜਾ ਉਹਨਾਂ ਬੀਬੀਆਂ ਨਾਲ ਧੱਕਾ ਮੁੱਕੀ ਕੀਤੀ ਹੈ ਤੇ 397 ਦਫਾ ਉਹਨਾਂ ਤੇ ਲਾ ਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ। ਝਿੰਡਾ ਦਾ ਇਲਜ਼ਾਮ ਹੈ ਕਿ ਦੁਕਾਨਦਾਰਾਂ ਨੂੰ ਸਿਰਫ ਇਸ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਦੁਕਾਨਦਾਰ ਝਿੰਡਾ ਸਮਰਥਕ ਨੇ। ਇਸ ਦੌਰਾਨ ਝਿੰਡਾ ਨੇ ਹਰਿਆਣਾ ਸਰਕਾਰ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਚੈਲੰਜ ਵੀ ਕੀਤਾ। ਜਿਹੜੇ ਸਰਕਾਰੀ ਗੁੰਡੇ ਤੇ ਬਦਮਾਸ਼ ਮੈਂ ਉਹਨਾਂ ਨੂੰ ਕਹਾਂਗਾ, ਮੈਂਬਰ ਤੇ ਕਹਿਣਾ ਮੈਨੂੰ ਸ਼ਰਮ ਆਉਂਦੀ ਹੈ, ਉਹਨਾਂ ਨੂੰ ਮੈਂਬਰ ਕਿਸ ਮੂੰਹ ਨਾਲ ਕਹਾਂ, ਕਿਉਂਕਿ ਗੁਰੂ ਘਰਾਂ ਦਾ ਪ੍ਰਬੰਧ ਇਸ ਤਰ੍ਹਾਂ ਥੋੜਾ ਹੁੰਦਾ ਹੈ। ਗੁੰਡੀ ਬਦਮਾਸ਼ੀ ਕਰਨੀ ਜਾਂ ਡਕੈਤੀਆਂ ਮਾਰਨੀਆਂ ਇਹ ਗੁਰੂ ਘਰ ਦਾ ਪ੍ਰਬੰਧ ਹੈ। ਵਿਵਾਦ ਦੁਕਾਨਦਾਰਾਂ ਤੇ ਹਰਿਆਣਾ ਕਮੇਟੀ ਤੋਂ ਹੁੰਦਾ ਹੋਇਆ ਹੁਣ ਜਗਦੀਸ਼ ਝਿੰਡਾ ਵਰਸਸ ਹਰਿਆਣਾ ਕਮੇਟੀ ਬਣਦਾ ਨਜ਼ਰ ਆਉਂਦਾ ਹੈ। ਅਜਿਹੇ 'ਚ ਵਿਵਾਦ ਅਤੇ ਮਾਮਲਾ ਆਉਂਦੇ ਦਿਨਾਂ 'ਚ ਹੋਰ ਵੀ ਜ਼ਿਆਦਾ ਭਖਣ ਦੇ ਅਸਾਰ ਨਜ਼ਰ ਆਉਂਦੇ ਨੇ। ਖੈਰ ਦੁਕਾਨਦਾਰਾਂ ਦਾ ਵਿਵਾਦ ਸੇ ਐਂਟਰੀ ਜਗਦੀਸ਼ ਝਿੰਡਾ ਦੀ ਵੀ ਹੋ ਚੁੱਕੀ ਹੈ, ਪਰ ਜਦੋਂ ਵਿਵਾਦ ਨਵੀਂ ਕਮੇਟੀ ਵਰਸਸ ਪੁਰਾਣੇ ਪ੍ਰਧਾਨ ਦੇ ਵਿਚਾਲੇ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਰੁਕ ਕਰਦੇ ਹਾਂ ਚੰਡੀਗੜ੍ਹ ਦਾ। ਚੰਡੀਗੜ੍ਹ ਦੇ ਵਿੱਚ ਜੋ ਜ਼ਿੰਦਾ ਬੰਬ ਮਿਲਿਆ ਸੀ ਉਸ ਨੂੰ ਡਿਫਿਊਜ਼ ਨਹੀਂ ਕੀਤਾ ਜਾ ਸਕਿਆ। ਰੋਬੋਟਿਕ ਜਾਂਚ ਤੋਂ ਬਾਅਦ ਆਰਮੀ ਬੰਬ ਨੂੰ ਆਪਣੇ ਨਾਲ ਲੈ ਗਈ। ਚੰਡੀਗੜ੍ਹ 'ਚ ਮੁੱਖ ਮੰਤਰੀ ਦੇ ਹੈਲੀਪੈਡ ਦੇ ਨੇੜੇ ਸੈਕਟਰ 2 ਦੇ ਰਾਜਿੰਦਰਾ ਪਾਰਕ ਦੇ ਵਿੱਚ ਅੰਬਾਂ ਦੇ ਬਾਗ ਦੇ ਵਿੱਚੋਂ ਮਿਲੇ ਬੰਬ ਨੂੰ ਡਿਫਿਊਜ਼ ਕਰਨ ਦੇ ਲਈ ਆਰਮੀ ਆਪਣੇ ਨਾਲ ਯੂਨਿਟ ਦੇ ਵਿੱਚ ਲੈ ਗਈ। ਆਰਮੀ ਇੱਥੇ ਸਵੇਰੇ ਪਹੁੰਚੀ ਸੀ, ਜਿਸ ਤੋਂ ਬਾਅਦ ਬੰਬ ਦੀ ਰੋਬੋਟਿਕ ਜਾਂਚ ਕੀਤੀ गई। और कहीं दूसरी जगह डिफ्यूज करेंगे, पब्लिक सेफ्टी को मतलब रखते हुए कहीं पब्लिक अपने आर्मी है अपनी जगह पे अपना लेके जाएगी, ठीक है। नो 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 नॉट इन्वेस्टिगेशन इज नॉट रिक्वायर्ड, दे विल डिफ्यूज इट एंड डिस्ट्रॉय इट। And they will destroy it in their own unit? On no, not unit, in a safe place, in safe place.
ਪਹਿਲਾਂ ਬੰਬ ਨੂੰ ਬਾਗ ਦੇ ਵਿੱਚ ਹੀ ਡਿਫਿਊਜ਼ ਕਰਨ ਦਾ ਫੈਸਲਾ ਲਿਆ ਗਿਆ। ਬਾਅਦ ਦੇ ਵਿੱਚ ਆਰਮੀ ਦੇ ਅਫਸਰਾਂ ਨੇ ਫੈਸਲਾ ਬਦਲਦੇ ਹੋਏ ਤਕਨੀਕੀ ਕਾਰਨਾਂ ਦਾ ਹਵਾਲਾ ਦਿੱਤਾ ਅਤੇ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਜਿਪਸੀ ਦੇ ਵਿੱਚ ਲੈ ਕੇ ਚਲੇ ਗਏ। ਮੰਨਿਆ ਜਾ ਰਿਹਾ ਕਿ VVIP ਇਲਾਕਾ ਹੋਣ ਦੀ ਵਜ੍ਹਾ ਦੇ ਨਾਲ ਬੰਬ ਨੂੰ ਇੱਥੇ ਡਿਫਿਊਜ਼ ਕਰਨ ਦਾ ਫੈਸਲਾ ਬਦਲਿਆ ਗਿਆ, ਕਿਉਂਕਿ ਇਸ ਥਾਂ ਦੇ ਆਲੇ ਦੁਆਲੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ CM ਮਨੋਹਰ ਲਾਲ ਦੀ ਸਰਕਾਰੀ ਰਿਹਾਇਸ਼ ਵੀ ਹੈ। ਪਰ ਸੈਕਟਰ 2 ਦਾ ਇਲਾਕਾ ਪੂਰਾ VVIP ਇਲਾਕਾ ਚੰਡੀਗੜ੍ਹ ਦੇ ਵਿੱਚ ਕਿਹਾ ਜਾਂਦਾ ਹੈ, ਜਿੱਥੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਦੀਆਂ ਰਿਹਾਇਸ਼ਾਂ ਜ਼ਿਆਦਾ ਦੂਰ ਨਹੀਂ ਤੇ ਉਹ ਹੈਲੀਪੈਡ ਜਿੱਥੋਂ ਹੈਲੀਕਾਪਟਰ ਦੇ ਜ਼ਰੀਏ ਉਡਾਨ ਭਰੀ ਜਾਂਦੀ ਹੈ ਉਹ ਵੀ ਜ਼ਿਆਦਾ ਦੂਰ ਨਹੀਂ। ਜਦੋਂ ਇੰਨੀ VVIP ਇਲਾਕੇ ਦੇ ਵਿੱਚ ਬੰਬ ਮਿਲੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਖਬਰ ਅੰਮ੍ਰਿਤਸਰ ਤੋਂ ਲਵਾਂਗੇ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਮੁਲਾਜ਼ਮ ਨਸ਼ੇ ਦੇ ਵਿੱਚ ਸੀ ਤੇ ਕਿਸ ਤਰੀਕੇ ਕਿਸ ਹਾਲਤ ਦੇ ਵਿੱਚ ਸੀ ਦਿਨ ਦਿਹਾੜੇ, ਉਹ ਇਹ ਸਭ ਕੁਝ ਤਸਵੀਰਾਂ ਬਿਆਨ ਕਰਦੀਆਂ ਨੇ। ਰਿਪੋਰਟ ਤੇ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸੜਕ ਦੇ ਵਿਚਾਲੇ ਖੜਾ ਨਜ਼ਰ ਆ ਰਿਹਾ ਹੈ, ਥੋੜਾ ਝੂਮ ਰਿਹਾ ਹੈ ਤੇ ਥੋੜਾ ਅੱਗੇ ਪਿੱਛੇ ਨੂੰ ਹਿਲ ਵੀ ਰਿਹਾ ਹੈ। ਹਾਲਾਤ ਕੁਝ ਠੀਕ ਨਹੀਂ ਜਾਪ ਰਹੇ। ਇਸ ਦੌਰਾਨ ਸੜਕ ਤੇ ਇੱਕ ਗੱਡੀ ਆਉਂਦੀ ਹੈ। ਅਚਾਨਕ ਪੁਲਿਸ ਮੁਲਾਜ਼ਮ ਦੀ ਝਪਕੀ ਟੁੱਟਦੀ ਹੈ ਤੇ ਮੁਲਾਜ਼ਮ ਗੱਡੀ ਨੂੰ ਲਿਫਟ ਦੇ ਲਈ ਹੱਥ ਦਿੰਦਾ ਹੈ। ਮੁਲਾਜ਼ਮ ਨੇ ਗੱਡੀ ਨੂੰ ਹੱਥ ਦਿੱਤਾ ਪਰ ਗੱਡੀ ਅੱਗੇ ਚਲੀ ਗਈ। ਇਸ ਦੌਰਾਨ ਮੁਲਾਜ਼ਮ ਥੋੜਾ ਹੋਰ ਝੂਮਦਾ ਹੈ, ਇੱਧਰ ਉੱਧਰ ਦੇਖਦਾ ਹੈ, ਹਿਲਦਾ ਡੁਲਦਾ ਹੈ ਤੇ ਫਿਰ ਅੱਗੇ ਨੂੰ ਚਲਾ ਜਾਂਦਾ ਹੈ। ਹਾਲਾਂਕਿ ਮੁਲਾਜ਼ਮ ਤੇ ਨਸ਼ਾ ਕਿਤੇ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ, ਪਰ ਇਸ ਬਾਰੇ ਖੁਦ ਪੁਲਿਸ ਮੁਲਾਜ਼ਮ ਜਾਂ ਫਿਰ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਫਿਲਹਾਲ ਕੁਝ ਨਹੀਂ ਬੋਲ ਰਹੇ। ਖੈਰ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਵਾਕਈ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਸੀ ਜਾਂ ਨਹੀਂ ਸੀ, ਕਿਉਂਕਿ ਪੁਲਿਸ ਖੁਦ ਤਾਂ ਕੁਝ ਨਹੀਂ ਬੋਲ ਰਹੀ ਇਸ ਪੂਰੇ ਮਾਮਲੇ ਦੇ ਵਿੱਚ। ਪਰ ਜਦੋਂ ਪੁਲਿਸ ਮੁਲਾਜ਼ਮ ਚਿੱਟੇ ਦਿਨੀ ਕੁਝ ਅਜਿਹੀ ਸਥਿਤੀ ਦੇ ਵਿੱਚ ਨਜ਼ਰ ਆਵੇ ਫਿਰ ਫਰਕ ਤਾਂ ਲਾਜ਼ਮੀ ਤੌਰ ਤੇ ਪੈਂਦਾ ਹੈ। ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦਾ ਧਿਆਨ ਰੱਖਣ ਤੇ ਜਿਹੜੇ ਅਜਿਹੇ ਅਨਸਰ ਹੁੰਦੇ ਨੇ ਜੋ ਨਸ਼ਾ ਕਰਕੇ ਘੁੰਮਦੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਣ। ਪਰ ਜਦੋਂ ਪੁਲਿਸ ਵਾਲੇ ਇਸ ਸਥਿਤੀ 'ਚ ਨਜ਼ਰ ਆਉਣ ਤਾਂ ਫਿਰ ਕੀ ਕੀਤਾ ਜਾਵੇ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਇਤਿਹਾਸ ਦੀ। 3 ਜਨਵਰੀ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 3 ਜਨਵਰੀ ਦਾ ਇਤਿਹਾਸ ਬਹੁਤ ਖਾਸ ਸ਼ਖਸੀਅਤ ਦੇ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ 3 ਜਨਵਰੀ ਦੇ ਹੀ ਦਿਨ। ਦੇਸ਼ ਦੀ ਪਹਿਲੀ ਮਹਿਲਾ ਸ਼ਿਕਸ਼ਿਕਾ ਯਾਨੀ ਕਿ ਅਧਿਆਪਕਾ ਸਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਵਿੱਚ ਹੋਇਆ। ਸਵਿਤਰੀ ਬਾਈ ਫੂਲੇ ਜਦੋਂ ਸਿਰਫ 9 ਸਾਲ ਦੇ ਸਨ ਉਸ ਵੇਲੇ ਹੀ ਉਹਨਾਂ ਦਾ ਵਿਆਹ ਹੋ ਗਿਆ ਸੀ। ਉਹਨਾਂ ਦੇ ਪਤੀ ਜੋਤੀ ਰਾਵ ਫੂਲੇ ਨੇ ਉਹਨਾਂ ਨੂੰ ਘਰ ਦੇ ਉੱਤੇ ਹੀ ਪੜਾਉਣ ਦੀ ਜ਼ਿੰਮੇਵਾਰੀ ਲਈ। 1848 ਦੇ ਵਿੱਚ ਫੂਲੇ ਅਤੇ ਉਹਨਾਂ ਦੇ ਪਤੀ ਨੇ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਪੁਣੇ ਦੇ ਭਿੜੇਵਾੜਾ ਦੇ ਵਿੱਚ ਕੁੜੀਆਂ ਦੇ ਲਈ ਪਹਿਲਾ ਭਾਰਤੀ ਸਕੂਲ ਸ਼ੁਰੂ ਕੀਤਾ। ਸਕੂਲ ਦੇ ਵਿੱਚ ਸ਼ੁਰੂ ਦੇ ਵਿੱਚ ਸਿਰਫ 9 ਕੁੜੀਆਂ ਹੀ ਆਉਂਦੀਆਂ ਸੀ। ਹੌਲੀ ਹੌਲੀ ਇਹਨਾਂ ਦੀ ਗਿਣਤੀ ਵਧੀ 25 ਤੱਕ ਪਹੁੰਚ ਗਈ। ਉਹਨਾਂ ਨੇ ਸਕੂਲ ਦੇ ਵਿੱਚ ਪੜ੍ਹਾਏ ਜਾਣ ਵਾਲੇ ਸਿਲੇਬਸ ਦੇ ਵਿੱਚ ਵੇਦ ਅਤੇ ਸ਼ਾਸਤਰ ਵਰਗੇ ਬ੍ਰਾਹਮਣਵਾਦੀ ਗ੍ਰੰਥਾਂ ਦੀ ਬਜਾਏ ਮੈਥ, ਵਿਗਿਆਨ ਯਾਨੀ ਸਾਇੰਸ ਅਤੇ ਸਮਾਜਿਕ ਅਧਿਐਨ ਸ਼ਾਮਿਲ ਕੀਤੇ। ਇਸ ਤੋਂ ਬਾਅਦ ਇਸ ਜੋੜੇ ਨੇ 1851 ਤੱਕ ਸ਼ਹਿਰ ਦੇ ਵਿੱਚ 3 ਹੋਰ ਸਕੂਲ ਵੀ ਸ਼ੁਰੂ ਕੀਤੇ। ਤਾਂ ਦੇਸ਼ ਦੇ ਵਿੱਚ ਮਹਿਲਾਵਾਂ ਨੂੰ ਸਿੱਖਿਅਤ ਕਰਨ ਦਾ ਜ਼ਿੰਮਾ ਸਵਿਤਰੀ ਬਾਈ ਫੂਲੇ ਦੇ ਵੱਲੋਂ ਚੁੱਕਿਆ ਗਿਆ। ਉਹਨਾਂ ਨੂੰ ਸਲਾਮ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਉੱਤੇ।